ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਿੰਦਰ ਸਿੰਘ ਮੋਂਗਾ। ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ਿਖਰਾਂ ਤੇ ਪਹੁੰਚ ਚੁੱਕੀਆਂ ਨੇ ਤੇ ਅਸੀਂ ਚੋਣ ਚਰਚਾ ਕਰਨ ਪਹੁੰਚੇ ਹਾਂ ਭਾਰਤ-ਪਾਕ ਸਰਹੱਦ ਤੇ। ਸਰਹੱਦ ਤੇ ਰਹਿਣ ਵਾਲੇ ਇਹਨਾਂ ਲੋਕਾਂ ਦੀ ਜ਼ਿੰਦਗੀ ਜਿਉਣਾ ਕੋਈ ਸਧਾਰਨ ਜ਼ਿੰਦਗੀ ਜਿਉਣ ਵਰਗਾ ਨਹੀਂ ਹੁੰਦਾ। ਬਹੁਤ ਸਾਰੀ ਸਹੂਲਤਾਂ ਤੋਂ ਵਾਂਝੇ ਇਹਨਾਂ ਲੋਕਾਂ ਨੂੰ ਰੋਜ਼ਾਨਾ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਭਾਵੇਂ ਤਾਰੋਂ ਪਾਰ ਜ਼ਮੀਨ ਦੀ ਖੇਤੀ ਦੀ ਗੱਲ ਕਰੀਏ ਤੇ ਜਾਂ ਫਿਰ ਬੁਨਿਆਦੀ ਸਹੂਲਤਾਂ ਦੀ ਘਾਟ ਦੀ। ਚੋਣਾਂ ਦੌਰਾਨ ਇਹਨਾਂ ਲੋਕਾਂ ਨਾਲ ਅਕਸਰ ਹੀ ਵੱਡੇ ਵਾਅਦੇ ਕੀਤੇ ਜਾਂਦੇ ਨੇ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੁੰਦੇ ਨੇ, ਇਹ ਜਾਣਨ ਲਈ ਅਸੀਂ ਪਹੁੰਚੇ ਹਾਂ ਭਾਰਤ-ਪਾਕ ਸਰਹੱਦ ਤੇ ਵਸੇ ਪਿੰਡ ਰੋੜਾਂਵਾਲਾ ਖੁਰਦ। उन्नीस सौ 47 ਦੀ ਭਾਰਤ-ਪਾਕ ਵੰਡ ਤੋਂ ਲੈ ਕੇ ਹੁਣ ਤੱਕ ਅਨੇਕਾਂ ਸਰਕਾਰਾਂ ਬਦਲੀਆਂ, ਪਰ ਸਰਹੱਦ ਦੇ ਲੋਕਾਂ ਦੇ ਹਾਲਾਤ ਕਿੰਨੇ ਕੁ ਬਦਲੇ? ਗੱਲ ਕਰਾਂਗੇ ਸਰਹੱਦ ਤੇ ਰਹਿਣ ਵਾਲੇ ਇਹਨਾਂ ਲੋਕਾਂ ਦੇ ਨਾਲ। ਭਾਜੀ ਕੀ ਨਾਂ ਤੁਹਾਡਾ, ਕਿਹੜਾ ਪਿੰਡ ਹੈ? ਮੇਰਾ ਨਾਮ ਸੁਖਦੇਵ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਪਿੰਡ ਰੋੜਾਂਵਾਲਾ ਖੁਰਦ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਟਾਰੀ, ਸਬ ਤਹਿਸੀਲ ਟਾਰੀ ਦੇ ਰਹਿਣ ਵਾਲੇ ਹਾਂ। ਇਹ ਜੋ ਵੀ ਅੱਜ ਤੋਂ ਸਾਡੀ ਸੰਭਾਲ ਦੇ ਵਿੱਚ ਕੋਈ ਸਾਡੀ 64-65 ਸਾਲ ਦੀ ਉਮਰ ਹੋ ਗਈ ਹੈ, ਉਹਦੇ ਵਿੱਚ ਜੋ ਵੀ ਅਸੀਂ ਵੇਖਣ 'ਚ ਆਇਆ, ਸੰਨ 65 ਦੀ ਜੰਗ ਅਸੀਂ ਛੋਟੇ ਦੇਖੀ ਸੀ, ਫਿਰ 1971 ਦੀ ਜੰਗ ਆਈ, ਉਸ ਤੋਂ ਮਗਰੋਂ ਫਿਰ ਸਾਡੀ ਕਾਰਗਿਲ ਦੀ ਜੰਗ ਆਈ। ਉਹਦੇ ਵਿੱਚ ਵੀ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਈਆਂ, ਜਿੱਦਾਂ ਕਿ ਵਾਜਪਾਈ ਸਰਕਾਰ ਸਾਡੇ ਵਾਹਗਾ ਬਾਰਡਰ 'ਤੇ ਆਉਣ ਦੇ ਨਾਲ ਬਾਰਡਰ ਨੂੰ ਖੋਲ੍ਹਿਆ, ਗਰੀਬ ਜਨਤਾ ਨੂੰ, ਸ਼ਡਿਊਲ ਕਾਸਟਾਂ ਨੂੰ, ਛੋਟੇ ਜ਼ਿਮੀਂਦਾਰਾਂ ਨੂੰ ਬਹੁਤ ਰਹਿਤ ਮਿਲੀ। ਉਹ ਰਹਿਤ ਮਿਲੀ ਦੇ ਨਾਲ ਅੱਜ ਉੱਥੇ ਕਸਟਮ ਡਿਊਟੀਆਂ ਵਧੀਆਂ ਅਤੇ ਲੋਕਾਂ ਨੂੰ ਫਿਰ ਮੁਸ਼ਕਲਾਂ ਵੀ ਆਈਆਂ। ਬਾਰਡਰ ਦੇ ਮਾਲ ਬੰਦ ਹੋ ਗਏ, 14-15 ਹਜ਼ਾਰ ਜਾਂ 20 ਹਜ਼ਾਰ ਲੋਕ ਅੱਜ ਬੇਰੁਜ਼ਗਾਰ ਹੋਇਆ ਹੈ। ਸਾਡੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਾਡੇ ਬਾਰੇ, ਸਾਡੇ ਸਾਰੇ ਭਰਾਵਾਂ ਬਾਰੇ ਇਹ ਸੋਚਣਾ ਵੀ ਜਿੱਥੇ ਸਾਡਾ ਨੁਕਸਾਨ ਹੋ ਰਿਹਾ ਹੈ ਉਹਦੇ ਵਿੱਚ ਪਹਿਲ ਕਰਕੇ ਬਾਰਡਰ ਦੇ ਲੋਕਾਂ ਨੂੰ ਫੌਜ ਡਿਫੈਂਸ ਆ, ਉਸ ਤੋਂ ਗਾੜੀ ਪਿੰਡ ਜਿਹੜੇ ਨੇ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਅਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਨੇ। ਇਹ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਵਾਜਪਾਈ ਸਾਹਿਬ ਤੋਂ ਨਾਲ ਬਾਦਲ ਸਾਹਿਬ ਸਾਡੇ ਪਿੰਡਾਂ ਦੇ ਵਿੱਚ, ਇਲਾਕੇ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ। ਜਿੱਦਾਂ ਸਾਡੀ ਦਾਣਾ ਮੰਡੀ ਸਭ ਤੋਂ ਵਧੀਆ ਬਣੀ ਆ, ਫਿਰ ਸਾਡੇ ਤਹਿਸੀਲ ਅਟਾਰੀ ਦੇ ਵਿੱਚ ਤਹਿਸੀਲ ਬਹੁਤ ਵਧੀਆ ਬਣਾਈ ਆ। ਮੁਸ਼ਕਲਾਂ ਦੀ ਸੁਖਦੇਵ ਸਿੰਘ ਜੀ, ਕਿਹੜੀਆਂ ਮੁਸ਼ਕਲਾਂ ਜਿਹੜੀ ਤੁਹਾਨੂੰ ਲੱਗਦਾ ਪਹਿਲ ਦੇ ਆਧਾਰ ਤੇ ਹੱਲ ਹੋਣੀ ਚਾਹੀਦੀਆਂ? ਮੁਸ਼ਕਲਾਂ ਇੱਦਾਂ ਜੀ, ਜਿਵੇਂ ਬਾਰਡਰ ਏਰੀਏ 'ਚ ਜੰਗ ਆਉਂਦੀ ਜਾਂ ਫੌਜ ਆਉਂਦੀ ਆ, ਸਾਨੂੰ ਘਰਾਂ ਤੋਂ ਨਿਕਲਣਾ ਪੈਂਦਾ ਹੈ। ਉਸ ਵਕਤ ਲਈ ਸਾਡੀ ਸਰਕਾਰ ਨੂੰ ਕੋਈ ਚੰਗੇ ਤੋਂ ਵਧੀਆ ਪੈਕੇਜ ਜਾਂ ਸਾਡੀ ਲਈ ਕੰਮ ਹੋਣੇ ਚਾਹੀਦੇ ਆ। ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਹੌਸਪੀਟਲ ਨਹੀਂ ਹੈਗੇ, ਸਾਡੀ ਰਾਤ ਕੋਈ ਬਿਮਾਰ ਹੋ ਜੇ ਸਾਨੂੰ ਮੁਸ਼ਕਲ ਆਉਂਦੀ ਆ ਬਾਹਰ ਜਾਣ ਤੋਂ, ਅਤੇ ਇਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਜਾਂ ਟਾਰੀ ਹਲਕੇ ਦੇ ਵਿੱਚ ਵੱਡੇ ਹੌਸਪੀਟਲ ਵੀ ਹੋਣੇ ਚਾਹੀਦੇ, ਜਿੱਥੇ ਕਿ ਅਸੀਂ ਹਨੇਰੇ ਸਵੇਰੇ ਆਪਣਾ ਜਾ ਕੇ ਕੋਈ ਇਲਾਜ ਕਰਵਾ ਸਕੀਏ। 2 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ, ਹੁਣ ਮੌਜੂਦਾ ਗੁਰਜੀਤ ਸਿੰਘ ਔਜਲਾ ਨੇ। ਇਹਨਾਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਕਾਰਗੁਜ਼ਾਰੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਇਹਨਾਂ ਨੇ ਅੱਜ ਤੋਂ ਪਿੱਛੇ 5 ਸਾਲਾਂ ਦੇ ਵਿੱਚ ਜੋ ਵੀ ਬਾਦਲ ਸਰਕਾਰ ਨੇ, ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਨੇ ਕੀਤਾ ਆ, ਜਿੱਦਾਂ ਮੰਡੀਆਂ ਬਣਾਈਆਂ, ਇਹ ਛਿੱਡਾਂ ਹੀ ਪਾ ਦੇਣ, ਅਸੀਂ ਕਹਿੰਦੇ ਬੜਾ ਵਧੀਆ ਗੱਲ ਆ। ਸਾਡੇ ਇਲਾਕੇ ਦੇ ਵਿੱਚ 2.5 ਸਾਲਾਂ ਦੇ ਵਿੱਚ ਅਜੇ ਕੋਈ ਕੰਮ ਨਹੀਂ ਹੋਇਆ ਬਿਲਕੁਲ। ਜੇ ਸਿੱਧੂ ਸਾਹਿਬ ਵੀ MP ਬਣੇ ਨੇ, ਉਹ ਵੀ ਖਾਲੀ ਤਾੜੀਆਂ ਵਜਾ ਕੇ ਹੀ ਇੱਥੋਂ ਗਏ ਨੇ। ਸਾਡੇ ਇਲਾਕੇ ਨੂੰ ਜਾਂ ਸਾਨੂੰ ਬਾਰਡਰ 'ਤੇ ਵਾਲੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਅਸੀਂ ਇਹ ਚਾਹੁੰਦੇ ਹਾਂ ਵੀ ਇਹ ਨਿਰੀਆਂ ਤਾੜੀਆਂ ਨਾਲ ਨਹੀਂ ਲੋਕਾਂ ਦਾ ਗੁਜ਼ਾਰਾ ਹੁੰਦਾ। ਇੱਥੇ ਸਾਨੂੰ ਕਾਰੋਬਾਰ, ਸਾਨੂੰ ਰੁਜ਼ਗਾਰ, ਬਾਰਡਰ ਦੇ ਲੋਕਾਂ ਨੂੰ ਭਰਤੀ ਕਰਨ ਵਾਸਤੇ ਪਹਿਲ ਦਿੱਤੀ ਜਾਣੀ ਚਾਹੀਦੀ ਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਜਿੱਦਾਂ ਪਬਲਿਕ ਬਾਰਡਰ ਏਰੀਏ ਦੀ ਫੌਜ ਸਰਕਾਰ ਦੇ ਨਾਲ ਇਹ ਕੰਮ ਕਰਦੀ ਆ, ਸਾਡੀ ਸਰਕਾਰ ਨੂੰ ਵੀ ਸਾਡੇ ਲਈ ਇਹੋ ਜਿਹਾ ਸੋਚਣਾ ਚਾਹੀਦਾ ਹੈ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ, ਲੋਕਾਂ ਨੂੰ ਰੁਜ਼ਗਾਰ ਦੇ ਕੇ, ਨੌਕਰੀਆਂ ਦੇ ਕੇ ਇਹਨਾਂ ਦੇ ਵੀ ਮਨ ਜਿਹੜੇ ਖੁਸ਼ ਕਰਨੇ ਚਾਹੀਦੇ ਆ। ਕਿਉਂ ਇਹ ਸਦਾ ਹੀ ਮਾਰਸ਼ਲ ਲੋਕ ਨੇ ਜਿਹੜੇ ਕਿ ਹਰ ਵਕਤ ਡਰ ਭੈ ਤੋਂ ਨਿਰਭੈ ਹੀ ਰਹਿੰਦੇ ਨੇ, ਡਰਦੇ ਨਹੀਂ। ਕਿਉਂ ਇਹਨਾਂ ਜੰਗਾਂ ਬਹੁਤ ਵੇਖ ਲਈਆਂ ਨੇ, ਹਰ ਜੰਗ ਦੇ ਵਿੱਚ ਸਾਥ ਦਿੱਤਾ ਫੌਜ ਦੇ ਨਾਲ। ਬਿਨਾਂ ਸ਼ੱਕ ਹਮੇਸ਼ਾ ਆਪਣੇ ਦੇਸ਼ ਦਾ ਡਟ ਕੇ ਸਾਥ ਦਿੱਤਾ। ਭਾਜੀ ਤੁਹਾਡਾ ਕੀ ਨਾਂ, ਕਿਹੜਾ ਪਿੰਡ? ਮੇਰਾ ਨਾਮ ਸੁਖਵੀਰ ਸਿੰਘ ਹੈ ਜੀ। ਭਾਜੀ ਜੇ ਗੱਲ ਕੀਤੀ ਜਾਵੇ ਤਾਰੋਂ ਪਾਰ ਜ਼ਮੀਨਾਂ ਦੀ, ਤੁਸੀਂ ਵੀ ਵਾਹੀ ਕਰਦੇ ਹੋ, ਕੀ ਮੁਸ਼ਕਲਾਂ ਆਉਂਦੀਆਂ? ਤਾਰੋਂ ਪਾਰ ਜ਼ਮੀਨ ਦਾ ਜਿਹੜਾ ਜ਼ਿਮੀਂਦਾਰਾਂ ਨੂੰ ਆ, ਜਿਹੜਾ ਬਾਹਰ ਅਸੀਂ 24 ਘੰਟੇ ਕੰਮ ਕਰ ਸਕਦੇ ਹਾਂ। ਇੱਥੇ ਜਿਹੜਾ ਟਾਈਮ ਜਿਹੜਾ ਸਾਨੂੰ 5-7 ਘੰਟੇ ਮਿਲਦਾ, ਜਿਹੜੀ ਲੇਬਰ ਜਾਣ ਵਾਸਤੇ ਆ ਉਹਦੀ ਵਾਸਤੇ ਪ੍ਰੋਬਲਮ ਆ ਜਾਂਦੀ ਹੈ। ਜਿਹੜੇ ਗੇਟ ਜਿਹੜੇ ਆ ਉਹ ਦੁਰਾਮਰ 9-10 ਵਜੇ ਤੋਂ ਮਗਰੋਂ ਖੁੱਲ੍ਹਦੇ ਆ, ਅਤੇ 5 ਵਜੇ ਜਿਹੜੇ ਆ ਦੁਰਾਮਰ ਆ ਜੋ ਕਾਰੋਬਾਰੀ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਗੇਟ ਤੋਂ ਪਿਛਾਂਹ ਵਾਪਸ ਕਰ ਦਿੱਤਾ ਜਾਂਦਾ। ਇਹ ਕਰਕੇ ਜਿਹੜੀ ਲੇਬਰ ਦੀ ਪ੍ਰੋਬਲਮ ਵੀ ਇੱਥੇ ਬਹੁਤ ਜ਼ਿਆਦਾ ਆਉਂਦੀ ਆ, ਅਤੇ ਜ਼ਿਮੀਂਦਾਰਾਂ ਨੂੰ ਵੀ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਉਂਦੀਆਂ। ਜਦੋਂ ਕਿ ਨਾ ਤਾਂ ਦੁਰਾਮਰ ਉਹ ਪਾਣੀ ਧਾਣੀ ਲਾਉਣ ਵਾਸਤੇ ਵੀ, ਬੰਬੀਆਂ ਵੀ ਚਲਾਉਣ ਵਾਸਤੇ ਮੁੜ ਕੇ ਨਾ ਗੇਟ ਤੋਂ ਅੱਗੇ ਜਾਣ ਦਿੰਦੇ ਆ, ਨਾ ਪਿੱਛੇ ਆਉਣ ਦਿੰਦੇ ਆ। ਲੋਕ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ। ਜਦੋਂ ਵੀ ਚੋਣਾਂ ਆਉਂਦੀਆਂ ਤਾਂ ਨੇਤਾ ਲੋਕ ਆ ਕੇ ਵੱਡੇ ਵਾਅਦੇ ਕਰਦੇ ਹੈ।
ਤੁਹਾਡੇ ਨਾਲ ਕੀਤੇ ਗਏ ਵਾਅਦੇ ਕਿਸ ਹੱਦ ਤੱਕ ਪੂਰੇ ਹੋਏ ਆ? ਜਦੋਂ ਵੀ ਲੋਕ ਸਭਾ ਚੋਣਾਂ ਆਉਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ, ਜਿਹੜੇ ਬਾਰਡਰ ਦੇ ਲੋਕ ਬੈਠੇ ਆ, ਇਹਨਾਂ ਨਾਲ ਕੇ ਬੜੇ ਚੋਣ ਵਾਅਦੇ ਕੀਤੇ ਜਾਂਦੇ ਆ। ਜਿਵੇਂ ਕੈਪਟਨ ਸਾਹਿਬ ਨੇ ਹੁਣ ਵਾਅਦਾ ਕੀਤਾ ਸੀ, ਘਰ ਘਰ ਮੋਬਾਈਲ ਦਊਂਗਾ, ਘਰ ਘਰ ਨੌਕਰੀ ਦਊਂਗਾ, ਘਰ ਘਰ ਜ਼ਿਮੀਂਦਾਰ ਦਾ ਜਿਹੜਾ ਕਰਜ਼ਾ ਮਾਫ ਕਰੂੰਗਾ। ਉਹ ਨਾ ਤੇ ਸਾਡੇ ਪਿੰਡ 'ਚ ਅਜੇ ਕਿਸੇ ਜ਼ਿਮੀਂਦਾਰ ਦਾ ਕਰਜ਼ਾ ਮਾਫ ਹੋਇਆ ਹੈ, ਨਾ ਹੀ ਕੋਈ ਮੋਬਾਈਲ ਮਿਲਿਆ ਹੈ, ਨਾ ਹੀ 2500 ਰੁਪਈਆ ਜਿਹੜੀ ਪੈਨਸ਼ਨ ਦੇ ਸਰਕਾਰ ਨੇ ਕਿਹਾ ਨਾ ਉਹ ਮਿਲੀ ਆ। ਜੇ ਕੋਈ ਦੁਰਾ ਮਾਰਾ ਕਾਂਗਰਸ ਦੇ ਐਮਪੀ ਰਹੇ ਨਵਜੋਤ ਸਿੰਘ ਸਿੱਧੂ, ਉਹ ਦੁਰਾ 15 ਸਾਲ ਕੇ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਹਲਕੇ ਦੇ ਪਿੰਡ ਕਿੰਨੇ ਆ। ਉਹ ਕਿਤੇ ਪਿੰਡ ਵੀ ਨਹੀਂ ਕਿਸੇ ਦੇ ਗਿਆ, ਬਹੁਤੇ ਲੋਕਾਂ ਨੇ ਤਾਂ ਉਹਦਾ ਮੂੰਹ ਵੀ ਨਹੀਂ ਵੇਖਿਆ, ਸਿਰਫ ਟੀਵੀ ਦੇ ਵਧੀਆ ਤਾੜੀਆਂ ਵੇਖ ਲੈਂਦੇ ਆ। ਕਮਾਂਡੀ ਸ਼ੋਅ ਕਰਕੇ ਤੇ ਬਣਾ ਵੋਟਾਂ ਲੈ ਕੇ 15 ਸਾਲ ਸਾਡੀ ਕੱਢ ਗਿਆ। ਤੁਸੀਂ ਹੁਣ ਕਿਹੋ ਜਿਹਾ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਣਾ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੈਂਬਰ ਪਾਰਲੀਮੈਂਟ ਚੁਣ ਕੇ ਇੱਥੋਂ ਜਾਵੇ, ਸੈਂਟਰ ਦੇ ਵਿੱਚ ਉਹ ਸਾਡੇ ਪੰਜਾਬ ਦੀ, ਸਾਡੇ ਸਰਹੱਦੀ ਲੋਕਾਂ ਦੀ, ਸਾਡੇ ਜਿਹੜੇ ਬਾਰਡਰ ਦੇ ਕੁੱਲੀਆਂ ਲੋਕਾਂ ਦੀ ਆ, ਇਹਨਾਂ ਦੀ ਆਵਾਜ਼ ਉੱਥੇ ਬੁਲੰਦ ਕਰੇ ਜੋ ਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੋ ਜਾਣ। ਭਾਜੀ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਜਸਪਾਲ ਸਿੰਘ ਹੈ, ਮੈਂ ਨੰਬਰਦਾਰ ਹਾਂ ਪਿੰਡ ਨੇਸ਼ਟੇ ਤੋਂ। ਜਸਪਾਲ ਸਿੰਘ ਜੀ, ਗੱਲ ਕੀਤੀ ਜਾਵੇ ਭਾਰਤ ਪਾਕ ਵਪਾਰ ਦੀ, ਜਦੋਂ ਦਾ ਵਪਾਰ ਸ਼ੁਰੂ ਹੋਇਆ ਹੈ, ਕਿਤੇ ਨਾ ਕਿਤੇ ਇਸ ਇਲਾਕੇ 'ਚ ਰੋਜ਼ਗਾਰ ਮਿਲਿਆ, ਚਾਹੇ ਟਰਾਂਸਪੋਰਟ ਦੀ ਗੱਲ ਕੀਤੀ ਜਾਵੇ, ਚਾਹੇ ਕੁਲੀਆਂ ਦੀ ਗੱਲ ਕੀਤੀ ਜਾਵੇ, ਵਪਾਰੀਆਂ ਦੀ ਗੱਲ ਕੀਤੀ ਜਾਵੇ। ਹੁਣ ਕੀ ਹਾਲਾਤ ਨੇ? ਦੇਖੋ ਜੀ, ਹੁਣ ਤੇ ਹਾਲਾਤ ਬਹੁਤ ਬਦਤਰ ਨੇ ਇਸ ਵੇਲੇ। ਇਹ 60,000 ਪਰਿਵਾਰ ਜਿਹੜਾ ਵਾ ਨਾ ਕੁੱਲੀਆਂ ਦਾ, ਤੇ 300 ਟਰੱਕ ਜਿਹੜੇ ਨੇ ਘੱਟ ਤੋਂ ਘੱਟ ਵੀ ਉਹ ਬੇਕਾਰ ਹੋਏ ਬੈਠੇ ਨੇ। ਇਹ ਵਿਚਾਰੇ, ਇਹਨਾਂ ਦੇ ਵਿੱਚੋਂ 2 ਪਰਿਵਾਰ ਇਹੋ ਜਿਹੇ ਨੇ ਜਿਹੜੇ ਖੁਦਕੁਸ਼ੀਆਂ ਵੀ ਕਰ ਚੁੱਕੇ ਆ, ਕਿਉਂਕਿ ਉਹਨਾਂ ਦਾ ਰੋਟੀ ਪਾਣੀ ਨਹੀਂ ਚੱਲਦਾ ਵਿਚਾਰਿਆਂ ਗਰੀਬਾਂ ਦਾ। ਅਸੀਂ ਚਾਹੁੰਦੇ ਹਾਂ ਕਿ ਇਹ ਵਪਾਰ ਜਿਹੜਾ ਨਾ ਪਹਿਲਾਂ ਦੀ ਤਰ੍ਹਾਂ ਚਾਲੂ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਸ ਸਰਹੱਦੀ ਇਲਾਕੇ ਨੂੰ ਵੱਖ ਪੈਕੇਜ ਦਿੱਤਾ ਜਾਵੇ ਸਭ ਤੋਂ, ਕਿਉਂਕਿ ਜਦੋਂ ਵੀ ਖਤਰਾ ਮੰਡਲਾਉਂਦਾ ਵਾ ਇਹਨਾਂ ਪਿੰਡਾਂ ਤੇ ਲਾਉਂਦਾ ਵਾ। ਅਸੀਂ ਚਾਹੁੰਦੇ ਤਾਰੋਂ ਪਾਰ A ਕਲਾਸ ਵੀ ਕੀਤੀ ਜਾਵੇ ਤੇ ਤਾਰੋਂ ਪਾਰ ਤੋਂ ਲੈ ਕੇ ਡਿਫੈਂਸ ਤੱਕ B ਕਲਾਸ ਕੀਤੀ ਜਾਵੇ। ਤੇ ਪਿੱਛੇ ਜੋ ਸਹੂਲਤਾਂ ਦੇਣੀਆਂ ਉਹਨਾਂ ਨੂੰ ਸਾਨੂੰ ਕੋਈ ਇਤਰਾਜ਼ ਨਹੀਂਗਾ। ਸਾਨੂੰ ਤਾਂ ਇਹ ਵੀ ਇਹਨਾਂ ਪਿੰਡਾਂ ਨੂੰ ਜਿਹੜੇ ਨਹਿਰ ਡਿਫੈਂਸ ਲਾਈਨ ਤੋਂ ਅੱਗੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ, ਉਹਨਾਂ ਦੀਆਂ ਵੱਧ ਤੋਂ ਵੱਧ ਭਰਤੀਆਂ ਹੋਣ, ਲਾਗੇ ਚਾਗੇ ਹਸਪਤਾਲ ਹੋਵੇ। ਰਾਤ ਨੂੰ 40 ਕਿਲੋਮੀਟਰ ਤੋਂ ਕਿਹੜਾ ਜਿਹਾ ਹਸਪਤਾਲ ਜਾਂਦਾ, ਦੱਸੋ? ਉਹਨੇ ਚੋਂ ਤਾਂ ਬੰਦਾ ਵੈਸੇ ਹੀ ਖਤਮ ਹੋ ਜਾਂਦਾ। ਅਸੀਂ ਚਾਹੁੰਦੇ ਕਿ ਇੱਥੇ ਇਲਾਕੇ 'ਚ ਹਸਪਤਾਲ ਹੋਵੇ। ਇਸ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਚੰਗੇ ਤੋਂ ਚੰਗੇ ਕਾਰੋਬਾਰ ਕੀਤੇ ਜਾਣ। ਹੁਣ ਤੱਕ ਦੀ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਜਾਂ ਮੈਂਬਰ ਪਾਰਲੀਮੈਂਟ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਦੋਂ BJP ਦੀ ਸਰਕਾਰ ਪਹਿਲਾਂ ਵੀ ਆਈ ਸੀਗੀ, ਉਹਨਾਂ ਨੇ ਕੁਝ ਇੱਥੇ ਦਿੱਤਾ ਸੀਗਾ, ਤਾਰੋਂ ਪਾਰ ਵਾਲਿਆਂ ਲੋਕਾਂ ਨੂੰ ਵੀ ਕੁਝ ਪੈਸੇ ਉਦੋਂ ਸ਼ੁਰੂ ਕੀਤੇ ਸੀ ਇਹਨਾਂ ਨੇ, ਹੁਣ ਵੀ ਵਧਾਏ ਨੇ। ਪਰ ਅਸੀਂ ਚਾਹੁੰਦੇ ਹਾਂ ਕਿ ਉਹਨੇ ਨਾਲ ਸਾਡਾ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ ਕੋਈ ਬੰਦੇ ਦੀ, ਕਿਉਂਕਿ ਤਾਰੋਂ ਪਾਰ ਤੇ ਸਾਰਾ ਜਿਹੜਾ ਜਿੰਨਾ ਜੰਗਲੀ ਜਾਨਵਰ ਆ ਉਹੀ ਫਸਲ ਜਿਹੜੀ ਬਰਬਾਦ ਕਰ ਦਿੰਦਾ ਵਾ। ਅਸੀਂ ਕਹਿੰਦੇ ਤਾਰ ਵਾਲਿਆਂ ਦਾ ਪੈਕੇਜ ਜਿਹੜਾ ਵੱਧ ਤੋਂ ਵੱਧ ਹੋਣਾ ਚਾਹੀਦਾ, ਉਹਨਾਂ ਡਬਲ ਕਰ ਦਿੱਤੇ, 10,000 ਤੋਂ ਲੈ ਕੇ 20,000 ਤੱਕ ਕਰ ਦਿੱਤਾ ਜਾਵੇ। ਕੁੱਲੀ ਭਰਾਵਾਂ ਵਾਸਤੇ ਖਾਸ ਤੌਰ 'ਤੇ ਸੋਚਿਆ ਜਾਵੇ। ਬਾਕੀ ਜੋ ਇਹ ਕੰਮ ਕਰੂਗਾ ਵੋਟ ਉਹਨੂੰ ਪੈਣੀ ਆ। ਅਸੀਂ ਚਾਹੁੰਦੇ ਕਿ ਜੇ ਵਾਜਪਾਈ ਸਾਹਿਬ ਜੇ ਕੰਮ ਕਰਦੇ ਸੀਗੇ ਤੇ BJP ਨੇ ਵੀ ਕੀਤਾ ਸੀ, ਤੇ BJP ਦਾ ਬੰਦਾ ਜਿਹੜਾ ਇੱਥੋਂ ਜਿਹੜਾ ਕਿਉਂਕਿ ਗੁਰਸਿੱਖ ਆ, ਪੂਰਨ ਗੁਰਸਿੱਖ ਆ, ਉਹਨੂੰ ਵੋਟਾਂ ਪਾ ਕੇ ਇੱਥੋਂ ਕਾਮਯਾਬ ਕੀਤਾ ਜਾਵੇ, ਤਾਂ ਜੋ ਉਹ ਪੰਜਾਬ ਦੀ, ਅੰਮ੍ਰਿਤਸਰ ਦੀ ਔਰ ਖਾਸ ਤੌਰ ਤੇ ਬਾਰਡਰ ਦੇ ਲੋਕਾਂ ਦੀ ਜਿਹੜੀ ਸਹੂਲਤ ਵਾਸਤੇ ਉਹ ਪਾਰਲੀਮੈਂਟ ਦੇ ਜਾ ਕੇ ਆਵਾਜ਼ ਉਠਾ ਸਕੇ ਤੇ ਸਾਡੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਸਕਣ। 1947 ਤੋਂ ਲੈ ਕੇ ਹੁਣ ਤੱਕ ਅਨੇਕਾਂ ਸਰਕਾਰਾਂ ਬਦਲੀਆਂ, ਪਰ ਇੱਥੇ ਹਾਲਾਤ ਜਿਉਂ ਦੇ ਤਿਉਂ ਨੇ। ਔਰ ਉਹ ਲੋਕ ਨੇ ਜਿਹੜੇ ਹਰ ਵੇਲੇ ਔਖੀ ਘੜੀ, ਜਦੋਂ ਵੀ ਭਾਰਤ ਪਾਕਿਸਤਾਨ ਦਰਮਿਆਨ ਹਾਲਾਤ ਤਣਾਅਪੂਰਨ ਹੋਏ, ਜੰਗਾਂ ਲੜੀਆਂ, ਹਰ ਵੇਲੇ ਇਹਨਾਂ ਨੇ ਦੇਸ਼ ਦਾ ਡਟ ਕੇ ਸਾਥ ਦਿੱਤਾ, ਪਰ ਇਹਨਾਂ ਦੀ ਮੁਸ਼ਕਲਾਂ ਅਜੇ ਤੱਕ ਹੱਲ ਨਹੀਂ ਕੀਤੀਆਂ ਗਈਆਂ। ਭਾਜੀ ਤੁਹਾਡਾ ਕੀ ਨਾਮ ਹੈ, ਕਿਹੜਾ ਪਿੰਡ ਹੈ? ਸੁਖਰਾਜ ਸਿੰਘ ਜੀ, ਪਿੰਡ ਨੇਸ਼ਟਾ ਜੀ। ਸਰ ਸਾਡੇ ਸਭ ਤੋਂ ਜ਼ਿਆਦਾ ਇੱਥੇ ਕੁੱਲੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਬਾਰਡਰ 'ਤੇ। ਜਿਉਂ ਬੰਦ ਕੰਮ ਹੋਇਆ ਵਾ, ਸਾਰੇ ਜਿੰਨਾ ਪਰਿਵਾਰ ਆ ਪੂਰੇ ਵਿਹਲੇ ਹੋਏ ਆ। 2 ਪਰਿਵਾਰ ਆ ਜਿਨ੍ਹਾਂ ਨੇ ਇਹਨਾਂ ਤੋਂ ਖੁਦਕੁਸ਼ੀਆਂ ਵੀ ਹੋ ਗਈਆਂ ਵੀ ਉਹਨਾਂ ਨੂੰ ਆਪਣੇ ਰੋਟੀ ਤੋਂ ਤੰਗ ਹੋ ਕੇ ਕੰਮ ਕੀਤੇ ਨੇ। ਹਾਂਜੀ, ਸਭ ਤੋਂ ਪਹਿਲਾਂ ਇਹਦਾ ਬਾਰਡਰ। ਜੋ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਹਰਭਜਨ ਸਿੰਘ ਜੀ, ਮੈਂ ਕੁੱਲੀ ਯੂਨੀਅਨ ਦਾ ਪ੍ਰਧਾਨ ਹਾਂ ਜੀ। ਸਾਡੀ ਇਹੋ ਹੀ ਬੇਨਤੀ ਆ ਜੀ, ਜਦੋਂ ਵੀ ਇੱਥੇ ਕੋਈ ਜੰਗ ਲੱਗਦੀ ਆ ਤੇ ਸਾਨੂੰ ਬਾਰਡਰ ਏਰੀਆ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ। ਹੁਣ ਵੀ ਜੇ ਆ ਪੁਲਵਾਮਾ ਹਮਲਾ ਹੋਇਆ ਹੈ, 16 ਫਰਵਰੀ ਤੋਂ ਕੰਮਕਾਜ ਇਸ ਬਾਰਡਰ 'ਤੇ ਠੱਪ ਹੋਇਆ ਪਿਆ ਆ। ਸਾਡੀ ਸਰਕਾਰਾਂ ਅੱਗੇ ਇਹੋ ਬੇਨਤੀ ਆ ਕਿ ਪਹਿਲ ਦੇ ਆਧਾਰ 'ਤੇ ਜਿਹੜੀ 200% ਡਿਊਟੀ ਲਗਾਈ ਗਈ ਉਹਨੂੰ ਘਟਾ ਕੇ ਤੇ ਪਹਿਲਾਂ ਦੀ ਤਰ੍ਹਾਂ ਕੰਮ ਚਲਾਇਆ ਜਾਵੇ। ਅਸੀਂ ਇੱਥੇ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਦੱਸਿਆ 50-60 ਹਜ਼ਾਰ ਪਰਿਵਾਰ ਜਿਹੜਾ ਪ੍ਰਭਾਵਿਤ ਹੋਇਆ ਪਿਆ ਆ। 2 ਪਰਿਵਾਰਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ, ਆਰਥਿਕ ਤੰਗੀ ਕਾਰਨ ਆਪਣੀ ਆਤਮ ਹੱਤਿਆ ਵੀ ਕੀਤੀ ਆ। ਸਾਡੀ ਸਰਕਾਰਾਂ ਅੱਗੇ ਇਹੋ ਬੇਨਤੀ ਆ ਕਿ ਸਾਡਾ ਮਜ਼ਦੂਰਾਂ ਦਾ ਧਿਆਨ ਕੀਤਾ ਜਾਵੇ, ਸਾਨੂੰ ਪੱਕਿਆਂ ਕੀਤਾ ਜਾਵੇ, ਰੈਗੂਲਰ ਕੀਤਾ ਜਾਵੇ, ਕਿਉਂਕਿ ਸਾਨੂੰ ਕੋਈ ਆਸ ਹੋਵੇ ਸਾਨੂੰ ਮਹੀਨੇ ਬਾਅਦ ਕੋਈ ਪਤਾ ਮਿਲਣਾ ਆ, ਅਸੀਂ ਉਹਨਾਂ ਨਾਲ ਆਪਣਾ ਗੁਜ਼ਾਰਾ ਕਰਨਾ ਆ। ਸਾਡੀ ਇਹੋ ਸਰਕਾਰਾਂ ਅੱਗੇ ਬੇਨਤੀ ਹੈ ਜੀ। ਪਹਿਲਾਂ ਵੀ ਸਰਕਾਰ ਕੋਈ ਆਵੇ, ਸਾਡੀ ਤਾਂ ਇਹੋ ਹੀ ਆ ਵੀ ਸਾਡਾ ਰੋਟੀ ਦਾ ਮਸਲਾ ਆ। ਹਾਂਜੀ, ਸਾਨੂੰ ਰੋਟੀ ਮਿਲਣੀ ਚਾਹੀਦੀ ਆ। ਕੋਈ ਵੀ ਸਰਕਾਰ ਆਵੇ, ਅਸੀਂ ਤਾਂ ਉਹਦੇ ਅੱਗੇ ਇਹੋ ਬੇਨਤੀ ਕਰਾਂਗੇ ਵੀ ਪਹਿਲਾਂ ਇਸ ਤਰ੍ਹਾਂ ਕੰਮ ਚਲਾਇਆ ਜਾਵੇ ਜੀ। ਸਰਹੱਦ ਤੇ ਚੋਣ ਚਰਚਾ ਲਗਾਤਾਰ ਜਾਰੀ ਰਹੇਗੀ। ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਜੁੜੇ ਰਹੋ PTC ਨਿਊਜ਼ ਦੇ ਨਾਲ।
ਤੁਹਾਡਾ ਸਵਾਗਤ ਹੈ। ਚੋਣ ਚਰਚਾ ਲਈ ਅਸੀਂ ਪਹੁੰਚੇ ਹਾਂ ਭਾਰਤ ਪਾਕ ਸਰਹੱਦ ਤੇ। ਅਸੀਂ ਇਸ ਵੇਲੇ ਲਾਹੌਰ ਤੋਂ 20 ਕਿਲੋਮੀਟਰ ਦੂਰ ਪਿੰਡ ਰੋੜਾ ਵਾਲਾ ਖੁਰਦ ਜਿੱਥੇ ਵੱਖ-ਵੱਖ ਲੋਕਾਂ ਦੇ ਲੋਕ ਇਕੱਠੇ ਹੋਏ ਨੇ ਸਾਡੇ ਨਾਲ। ਅਸੀਂ ਗੱਲ ਕਰ ਰਹੇ ਹਾਂ ਲੋਕਾਂ ਨਾਲ ਕਿ ਆਖਰ ਕੀ ਮੁੱਦੇ ਨੇ ਇਹਨਾਂ ਚੋਣਾਂ ਨੂੰ ਲੈ ਕੇ, ਕੀ ਮੁਸ਼ਕਲਾਂ ਨੇ ਜਿਹੜੀਆਂ ਹੁਣ ਤੱਕ ਹੱਲ ਨਹੀਂ ਹੋਈਆਂ। ਮੁਸ਼ਕਲਾਂ ਤੇ ਜੀ ਜਦੋਂ ਤੋਂ ਵੀ ਸਾਡੇ ਵੱਡ ਵਡੇਰੇ ਬੈਠੇ ਨਾ, ਤੁਹਾਨੂੰ ਪਹਿਲਾਂ ਦੱਸਿਆ ਵਾ ਕਿ ਜਦੋਂ ਵੀ ਕਿਤੇ ਵੀ, ਹੁਣ ਤੁਸੀਂ ਆਪ ਹੀ ਵੇਖ ਲਓ ਕਿ ਪੁਲਵਾਮਾ ਕਿੱਥੇ ਹੈ ਜੀ, ਪੁਲਵਾਮਾ ਤੇ ਹਮਲਾ ਹੋਇਆ ਵਾ ਤੇ ਅਸਰ ਜਿਹੜਾ ਸਿੱਧਾ ਅਟੈਕ ਜਿਹੜਾ ਉਹ ਸਾਡਾ ਇੱਥੇ ਹੋਇਆ ਜੀ। ਜਿਹੜੇ ਜਵਾਨ ਸ਼ਹੀਦ ਹੋਏ ਆ, ਸਾਨੂੰ ਬੜਾ ਸਾਰਾ ਦੁੱਖ ਆ ਉਹਨਾਂ ਦਾ, ਸਾਡੇ ਦੇਸ਼ ਦੇ ਜਵਾਨ ਸੀ ਜੀ। ਪਰ ਜਿੱਥੇ ਕਿ ਸਮਝੌਤਾ ਐਕਸਪ੍ਰੈਸ, ਦਿੱਲੀ ਲਾਹੌਰ ਬੱਸ, ਜੰਮੂ ਬਾਰਡਰ ਚੱਲ ਰਿਹਾ, ਫਿਰ ਚਾਹੇ ਉਹ ਗੁਰੂ ਸਾਹਿਬ ਦਾ ਹੀ ਕੰਮ ਆ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਜਾ ਰਹੀ ਆ। ਅਸੀਂ ਇੱਥੇ ਲਗਭਗ ਕੋਈ 20-25 ਹਜ਼ਾਰ ਪਰਿਵਾਰ ਆ, ਸਾਡਾ ਪੂਰਾ ਹੀ ਜਿੰਨੇ ਟਰਾਂਸਪੋਰਟ ਆ, ਟਾਰੀ ਦੁਕਾਨਦਾਰ ਆ, ਅਸੀਂ 1433 ਪੱਕੇ ਕੁੱਲੀਆਂ ਨਾਲ ਇੰਨੇ ਹੀ ਸਾਡੇ ਹੈਲਪਰ ਆ। ਕੁੱਲ ਮਿਲਾ ਕੇ ਅਸੀਂ ਕੋਈ ਇੰਨੇ 15-20 ਹਜ਼ਾਰ ਪਰਿਵਾਰ ਜਿਹੜਾ ਉਹ ਅਸੀਂ ਬਣ ਜਾਂਦੇ ਆ। ਸਾਡੀ ਰੋਜੀ ਰੋਟੀ ਦਾ ਕਿਉਂ 200% ਡਿਊਟੀ ਲਾ ਕੇ ਤੇ ਐਡਾ ਵੱਡਾ ਨੁਕਸਾਨ ਕੀਤਾ ਗਿਆ। ਅਸੀਂ ਆ ਹੁਣ ਮਾਰਚ ਮਹੀਨੇ ਦੇ ਵਿੱਚ ਪਿੱਛੇ ਆਪਣੇ ਬੱਚਿਆਂ ਦੀਆਂ ਐਡਮਿਸ਼ਨਾਂ ਕਰਵਾਉਣੀਆਂ ਸੀ। ਸਾਡੇ ਬੜੇ ਜ਼ਿਆਦਾ ਕੁੱਲੀ ਭਰਾ ਵਾ ਜਿਨ੍ਹਾਂ ਨੇ ਆਪਣੇ ਸਕੂਲ ਤੋਂ ਬੱਚਿਆਂ ਨੂੰ ਹਟਾ ਲਿਆ ਵਾ, ਨਵੀਆਂ ਐਡਮਿਸ਼ਨਾਂ ਨਹੀਂ ਹੋ ਪਾਈਆਂ। ਕੁਝ ਸਾਡੇ ਭਰਾ ਵਾ ਜਿਨ੍ਹਾਂ ਨੇ ਆਤਮ ਹੱਤਿਆ ਵੀ ਕੀਤੀ, ਇੰਨੇ ਹੀ ਇਸੇ ਤੰਗੀ ਦੇ ਕਾਰਨ, ਕਿਉਂਕਿ ਕੋਈ ਕੰਮਕਾਜ ਹੀ ਨਹੀਂ ਹੈਗਾ, ਹੋਰ ਕੋਈ ਇੰਡਸਟਰੀ ਸਰਕਾਰ ਤੱਕ ਤੁਸੀਂ ਪਹੁੰਚ ਕੀਤੀ ਕੋਈ ਆਪਣੀ ਮੁਸ਼ਕਲ ਨੂੰ ਲੈ ਕੇ? ਕੀਤੀ ਹੈ ਜੀ। ਅਸੀਂ ਸਰਕਾਰ ਤੱਕ ਪਹੁੰਚ ਕੀਤੀ ਜੀ। ਅਸੀਂ ਦਿੱਲੀ ਗਏ ਜੀ, ਜੇਤਲੀ ਸਾਹਿਬ ਤੱਕ। ਪਹਿਲਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਪਰਸਨਲ ਘਰ ਆ ਜੀ, ਉੱਥੇ ਗਏ। ਬਾਅਦ ਸਾਨੂੰ ਉੱਥੋਂ ਉਹਨਾਂ ਦੱਸਿਆ ਗਿਆ ਜੀ ਨਹੀਂ ਤੁਸੀਂ ਕ੍ਰਿਸ਼ਨਾ ਮੇਨਨ ਮਾਰਗ 2 ਨੰਬਰ ਕੋਠੀ ਦੇ ਵਿੱਚ ਸਰਕਾਰੀ ਫਲੈਟ ਹੈ ਜੀ, ਉੱਥੇ ਚੱਲ ਜਾਓ। ਉੱਥੇ ਅਸੀਂ ਗਏ ਜੀ। ਉੱਥੇ ਅਸੀਂ ਆਪਣਾ ਮੰਗ ਪੱਤਰ ਲਿਖ ਕੇ ਆਪਣੀਆਂ ਮੁਸ਼ਕਲਾਂ ਦੇ ਕੇ ਉਹਨਾਂ ਦੇ ਪੀਏ ਨੂੰ ਦੇ ਕੇ ਰਿਸੀਵ ਲੈ ਕੇ ਆਏ ਜੀ ਵਾਪਸੀ। ਸਾਨੂੰ ਟਾਈਮ ਮਿਲਿਆ ਜੀ, ਬਸ ਟਾਈਮ ਹੀ ਮਿਲਿਆ ਜੀ, ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਮੈਂ PM ਆਫਿਸ ਹਰ ਟਾਈਮ ਫੋਨ ਕਰਕੇ ਪੁੱਛਦਾ ਰਿਹਾ, ਕਈ ਵਾਰ ਪੁੱਛਿਆ ਜੀ, ਲੇਕਿਨ ਕੋਈ ਵੀ ਹੱਲ ਨਹੀਂ ਹੋਇਆ। ਔਜਲਾ ਸਾਹਿਬ ਉੱਥੇ ਮਿਲੇ ਜੀ, ਔਜਲਾ ਸਾਹਿਬ ਕੋਲ ਵੀ ਅਸੀਂ ਗਏ ਹਾਂ ਖਲੋਤੇ, ਉਹਨਾਂ ਨੇ ਵੀ ਸਮਾਂ ਲਿਆ ਸੀ ਕਿ ਰਾਜਨਾਥ ਜੀ ਨਾਲ ਅਸੀਂ ਗੱਲਬਾਤ ਕਰਕੇ ਤੇ ਜ਼ਰੂਰ ਚਲਾਵਾਂਗੇ। ਪਰ ਅਸੀਂ ਤੇ ਇਹ ਕਹਿੰਦੇ ਹਾਂ ਜੀ, ਸਰਕਾਰ ਚਾਹੇ ਕੋਈ ਵੀ ਆਏ, ਸਾਡੀ ਤੇ ਬੇਨਤੀ ਹੈ ਜੀ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਇੰਨੀਆਂ ਕੁ ਜ਼ਿਆਦੀਆਂ ਸਹੂਲਤਾਂ ਵਾ, ਪਾਣੀ ਦੀ ਸਹੂਲਤ ਆ, ਬਿਜਲੀ ਦੀ ਸਹੂਲਤ ਆ, ਅਨਾਜ ਇੰਨਾ ਸਸਤਾ ਵਾ। ਸਾਡੇ ਇੱਧਰ ਜਿੰਨੇ ਵੀ ਭਰਾ ਵਾ, ਚਾਹੇ ਉਹ ਜ਼ਿਮੀਂਦਾਰ ਭਰਾ ਵਾ, ਚਾਹੇ ਅਸੀਂ ਮਜ਼ਦੂਰ ਭਰਾ ਵਾ, ਕੁੱਲੀ ਭਰਾ ਵਾ, ਸਾਨੂੰ ਵੀ ਇਹ ਸਹੂਲਤਾਂ ਹੋਣੀਆਂ ਬੜੀਆਂ ਜ਼ਿਆਦੀਆਂ ਜ਼ਰੂਰੀ। ਅਸੀਂ ਤਾਂ ਕਹਿੰਦੇ ਜੀ ਇਹ ਕੰਮ ਨੂੰ ਜਲਦ ਤੋਂ ਜਲਦ ਜਿਹੜਾ 200% ਡਿਊਟੀ ਲਗਾਈ ਗਈ ਹੈ, ਇਹਨੂੰ ਵਾਪਸ ਲੈ ਕੇ ਇਹ ਕੰਮ ਚੱਲਣਾ ਚਾਹੀਦਾ ਵਾ। ਪਰ ਜੀ ਅਸੀਂ ਜੇ ਆਪਣੇ ਘਰਾਂ ਨੂੰ ਰੋਜੀ ਰੋਟੀ ਇੰਨੀ ਸਖਤ ਮਿਹਨਤ ਕਰਕੇ ਖੜਦੇ ਹਾਂ ਤੇ ਨਾਲ ਨਾਲ ਸਰਕਾਰ ਦਾ ਵੀ ਬਹੁਤ ਵੱਡਾ ਇੱਥੋਂ ਬੈਨੀਫਿਟ। ਉੱਥੋਂ ਬਹੁਤ ਰੈਵਨਿਊ ਹੁੰਦਾ। ਇੱਥੇ ਇਹ ਗੱਲ ਦੱਸਣਯੋਗ ਆ ਕਿ ਪੁਲਵਾਮਾ ਤੇ ਹੋਏ ਫਦਾਈਨ ਹਮਲੇ ਤੋਂ ਬਾਅਦ ਦੇਸ਼ ਦੀ ਪਹਿਲੀ ICP ਤੇ ਜੋ ਹੈ ਟੈਕਸ ਉਹ 200% ਡਿਊਟੀ ਕਰ ਦਿੱਤੀ ਗਈ ਸੀ, ਜਿਸ ਦੇ ਚੱਲਦੇ ਭਾਰਤ ਪਾਕ ਵਪਾਰ ਜਿਹੜਾ ਬੰਦ ਹੋਣ ਦੇ ਕਗਾਰ ਤੇ ਪਹੁੰਚ ਚੁੱਕਿਆ। ਔਰ ਇਸ ਦੇ ਨਾਲ ਇਸ ਖਿੱਤੇ ਤੇ ਬਹੁਤ ਵੱਡੀ ਢਾਹ ਵੱਜੀ ਹੈ ਆਰਥਿਕਤਾ ਨੂੰ ਲੋਕਾਂ ਦੀ, ਕਿਉਂਕਿ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਟਰਾਂਸਪੋਰਟਰਾਂ ਦੀ ਹੈ, ਕੁਲੀਆਂ ਦੀ ਹੈ ਤੇ ਵਪਾਰੀਆਂ ਦੀ ਹੈ। ਉਹ ਲੋਕ ਜੋ ਭਾਰਤ ਵਪਾਰ ਦੇ ਨਾਲ ਜੁੜੇ ਸਨ, ਪਰ ਹੁਣ 200% ਡਿਊਟੀ ਕੀਤੇ ਜਾਣ ਤੋਂ ਬਾਅਦ ਵਪਾਰ ਲਗਭਗ ਬੰਦ ਹੋ ਚੁੱਕਿਆ ਹੈ ਤੇ ਇਹਨਾਂ ਲੋਕਾਂ ਦੀ ਰੋਟੀ ਰੋਜੀ ਜਿਹੜੀ ਹੈ ਉਹ ਲਗਭਗ ਖਤਮ ਹੋ ਚੁੱਕੀ। ਇਸ ਲਈ ਇਹਨਾਂ ਦੀ ਮੰਗ ਹੈ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਜੇ ਹਾਲਾਤ ਹੁਣ ਨਾਰਮਲ ਵਰਗੇ ਆਮ ਵਾਂਗ ਹੁੰਦੇ ਜਾ ਰਹੇ ਨੇ ਤੇ ਵਪਾਰ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ, ਮੁੜ ਤੋਂ ਲੀਹ ਤੇ ਲਿਆਉਣ ਦੇ ਲਈ ਜੋ ਉਹ ਐਕਸਾਈਜ਼ ਹੈ ਉਹ ਘਟਾਈ ਜਾਵੇ। ਹੋਰ ਲੋਕਾਂ ਨਾਲ ਵੀ ਗੱਲ ਕਰ ਰਹੇ ਸੀ। ਭਾਜੀ, ਇੱਕ ਬੜੀ ਵੱਡੀ ਮੁਸ਼ਕਿਲ ਸਾਡੀ ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਨਸ਼ਿਆਂ ਦੀ। ਸਰਹੱਦ ਤੇ ਤੁਸੀਂ ਕੀ ਸਮਝਦੇ ਹੋ, ਨਸ਼ੇ ਦੀ ਮੁਸ਼ਕਿਲ ਹੱਲ ਹੋਈ ਹੈ? ਕੋਈ ਹੱਲ ਨਹੀਂ ਹੋਇਆ ਜੀ। ਜਦੋਂ ਸਰਕਾਰਾਂ ਆਉਂਦੀਆਂ ਨੇ ਝੂਠੇ ਵਾਅਦੇ ਕਰਦੀਆਂ, ਸਹੁੰਆਂ ਖਾਂਦੀਆਂ, ਬੜਾ ਕੁਛ ਹੁੰਦਾ, ਪਰ ਉਹਨਾਂ 'ਤੇ ਅਮਲ ਨਹੀਂ ਕੀਤਾ ਜਾਂਦਾ ਜੀ। ਅੱਜ ਤੱਕ ਤੇ ਕੋਈ ਵੀ ਸਰਕਾਰ ਆਈ ਹੈ, ਨਸ਼ਿਆਂ ਬਾਰੇ ਕਿਸੇ ਨੇ ਵੀ ਨਹੀਂ ਕਦੀ ਸੋਚਿਆ ਜੀ। ਨਸ਼ੇ ਦੇ ਦਿਨ ਬ ਦਿਨ ਵੱਧਦੇ ਜਾ ਰਹੇ ਨੇ। ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਸ਼ਿਆਂ ਦੀ ਲਪੇਟ 'ਚ ਆਉਣ ਡਈ ਆ। ਸਾਡੀ ਸਰਕਾਰਾਂ ਅੱਗੇ ਇਹੋ ਬੇਨਤੀ ਹੈ, ਸਰਕਾਰ ਚਾਹਵੇ ਤਾਂ ਕੀ ਨਹੀਂ ਹੋ ਸਕਦਾ, ਸਭ ਕੁਝ ਕਰ ਸਕਦੇ ਨੇ, ਪਰ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ ਇਸ ਕੰਮ ਵੱਲ। ਨਸ਼ੇ ਦਿਨ ਵੱਧਦੇ ਜਾ ਰਹੇ ਨੇ, ਘਟਣ ਦਾ ਨਾਂ ਨਹੀਂ ਲੈ ਰਹੇ ਜੀ। ਕਿਹੋ ਜਿਹਾ ਆਪਣਾ MP ਚੁਣ ਕੇ ਲੋਕ ਸਭਾ 'ਚ ਭੇਜਣਾ ਚਾਹੁੰਦੇ ਹੋ? ਅਸੀਂ ਜੇ ਸਾਡਾ MP ਉਹ ਉੱਥੇ ਪਹੁੰਚੇ ਜਿਹੜਾ ਸਾਡੀ ਆਵਾਜ਼ ਨੂੰ ਸੈਂਟਰ ਵਿੱਚ ਪਹੁੰਚਾਵੇ। ਜੋ ਵੀ ਸਾਡੇ ICP ਅਟਾਰੀ ਦੇ ਬਾਰਡਰ ਤੇ ਕੁੱਲੀਆਂ ਦੀ ਪ੍ਰੋਬਲਮਾਂ ਵਾ, 200% ਡਿਊਟੀ ਲਾਉਣ ਦੇ ਕਾਰਨ ਸਾਡੇ ਅੱਜ ਜਿਹੜਾ ਜੀਵਨ ਬਹੁਤ ਬਿਹਤਰ ਹੋ ਚੁੱਕਾ ਵਾ, ਬਹੁਤ ਮਾੜੀ ਹਾਲਤ ਹੋ ਚੁੱਕੀ ਆ। ਜਿੰਨੇ ਵੀ ਸਾਡਾ ਪਰਿਵਾਰ, ਜਿੰਨੇ ਵੀ ਇੱਥੇ ਕੁੱਲੀ ਕੰਮ ਕਰਦੇ ਆ, ਤੇ ਸਾਡੀ ਸਰਕਾਰ ਅੱਗੇ ਇਹੋ ਹੀ ਮੰਗਿਆ ਵੀ ਸਾਡਾ ਇਹ ICP ਅਟਾਰੀ ਵਿੱਚ ਜਲਦੀ 200% ਡਿਊਟੀ ਹਟਾ ਕੇ ਤੇ ਇੱਥੇ ਦੁਬਾਰਾ ਕੰਮ ਚਲਾਇਆ ਜਾਵੇ। ਹਿੰਦੁਸਤਾਨ ਦੇ ਭਗਤ ਬਣਿਆ ਉਹਦਾ ਜਨਮ ਮੇਰਾ। ਅੱਛਾ, ਤੇ ਤੁਸੀਂ 69 71 ਸਾਰੀਆਂ ਲੜਾਈਆਂ ਦੇਖੀਆਂ? ਲੜਾਈਆਂ ਦੇਖੀਆਂ ਸਾਰੀਆਂ। ਹਾਲਾਤ ਵੇਖੇ? ਲਾ ਇਦਾਂ ਧੱਕੇ ਖਾਂਦੇ ਰਹੇ ਆ, ਕਦੀ ਉਹ ਪਿੰਡ ਤੇ ਕਦੀ ਉਹ ਪਿੰਡ, ਤੇ ਰੋਟੀ ਮਿਲੀ ਨਹੀਂ ਗਈ। 10 ਘਰੇ ਉਹ ਘਰ ਚਲ ਗਏ ਭਰਾਵਾਂ ਦੇ, ਉਹਨਾਂ ਮਾਰ ਤੱਕ ਦੂਜੇ ਘਰ ਆ ਗਏ। ਟਾਈਮ ਪਾਸ ਹੁੰਦਾ ਰਿਹਾ ਬਸ। ਡੰਗਰ ਕਿਤੇ ਸੁੱਟਦੇ, ਡੰਗਰ ਕਿਤੇ ਚਲੇ ਗਏ, ਆਪ ਕਿਤੇ ਤੁਰੇ ਰਹੇ ਬਸ। ਤੇ ਹੁਣ ਕੀ ਮੁਸ਼ਕਲਾਂ ਨੇ? ਹੁਣ ਵਿਹਲੇ
ਕੋਈ ਕਾਰੋਬਾਰ ਹੈ ਨਹੀਂਗਾ। ਇੱਕ ਗਾਂ ਰੱਖੀ ਬਸ ਪੱਠੇ ਪੁੱਠੇ ਪਾ ਛੱਡੀ ਦੇ ਤੇ ਆ ਵੇਲੇ ਕੀ ਕਰਨਾ। ਉਹਨਾਂ ਨੁਕਸਾਨ ਹੋ ਰਿਹਾ। ਹਾਂ ਕੀ ਮੰਗ ਕੀ ਸਰਕਾਰ ਤੋਂ? ਮੰਗੇ ਉਹ ਵੀ ਸਾਨੂੰ ਰੋਟੀ ਮਿਲਣੀ ਚਾਹੀਦੀ ਥੋੜ੍ਹੀ ਬਹੁਤੀ, ਕਦੇ ਬਾਰਡਰ ਚੱਲਣਾ ਚਾਹੀਦਾ। ਮਜ਼ਦੂਰ ਜਿਹੜੇ ਵਿਹਲੇ ਤੁਰੇ ਫਿਰਦੇ ਉਹਨਾਂ ਨੂੰ ਕਾਰੋਬਾਰ ਤੇ ਮਾੜਾ ਮਾੜਾ ਲਾਉਣਾ ਚਾਹੀਦਾ। ਇਹੋ ਕੰਮ ਨਾ ਹੋਰ ਕਰਨਾ ਪਾ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਇਹ ਚਾਹੁੰਦੇ ਜੀ, ਅਸੀਂ ਵੀ ਬਾਦਲ ਸਾਹਿਬ ਨੇ ਜਿਹੜਾ ਕੰਮ ਚਲਾਇਆ ਹੈ ਸਾਡਾ ਤੇ ਇਹ ਬਿਲਕੁਲ ਬੰਦ ਆ। ਇਹ ਸਾਡਾ ਚੱਲਣਾ ਚਾਹੀਦਾ। ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤੁਹਾਨੂੰ ਫੋਨ ਮਿਲਣਗੇ, ਘਰ ਘਰ ਨੌਕਰੀਆਂ ਮਿਲਣਗੀਆਂ, ਕੋਈ ਨਹੀਂ ਮਿਲੀ। ਸਾਨੂੰ ਤਾਂ ਲੈ ਕੇ ਬਹਿ ਗਏ, ਸਾਡਾ ਬਾਰਡਰ ਬੰਦ ਕਰਤਾ। ਅਸੀਂ 2500 ਰੁਪਇਆ ਭੱਤਾ ਮਿਲੂਗਾ, ਕੋਈ ਭੱਤਾ ਨਹੀਂ ਜੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕੀ ਹੁਣ ਕੈਪਟਨ ਸਾਹਿਬ ਸਾਡੀ ਤਾਂ ਮੰਗ ਇਹੋ ਹੀ ਸਾਡਾ ਬਾਰਡਰ ਚੱਲਣਾ ਚਾਹੀਦਾ। ਜਿਹੜੀ ਡਿਊਟੀ ਇਹਨਾਂ ਵਧਾਈ ਹੈ, ਜੋ ਅੱਗੇ ਵਾਂਗੂ ਕੰਮ ਚਲਾ ਦੇਣ, ਡਿਊਟੀ ਘਟਾ ਦਿੰਦੇ, ਸਾਡਾ ਕੰਮ ਚੱਲ ਜੇ। ਸਾਡੀ ਇਹੋ ਮੰਗ ਹੈ। ਜਸ਼ਨਦੀਪ ਕੀ ਮੰਗ ਕਰਦੇ ਹੋ? ਕੀ ਚਾਹੀਦਾ ਤੁਹਾਨੂੰ? ਮਤਲਬ ਕੀ ਮੰਗਾਂ ਨੇ ਮੁੱਖ? ਸਾਡੇ ਲਾਗੇ ਸਰਕਾਰੀ ਸਕੂਲ ਹੋਣੇ ਚਾਹੀਦੇ ਆ, ਕਾਲਜ ਹੋਣੇ ਚਾਹੀਦੇ ਵਧੀਆ, ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਪਿੰਡ ਦੀਆਂ ਪੜ੍ਹ ਸਕੇ। ਸਾਨੂੰ 50 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਸਟੱਡੀ ਕਰਨ ਵਾਸਤੇ। ਇਸ ਕਰਕੇ ਸਾਨੂੰ ਮੁਸ਼ਕਲਾਂ ਬਹੁਤ ਹੈ ਤੇ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਉਹ ਸਾਡੀਆਂ ਮੁਸ਼ਕਲਾਂ ਹੱਲ ਕਰ ਸਕਣ। ਕਿ ਸਾਡੀ ਸਰਕਾਰ ਤੋਂ ਇਹੋ ਮੰਗ ਆ। MP ਅਸੀਂ ਉਹਨੂੰ ਹੀ ਬਣਾਵਾਂਗੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕਣ। ਆਪਾਂ ਉਹਨੂੰ ਹੀ MP ਚੁਣਨਾ ਚਾਹਾਂਗੇ। ਅਸੀਂ ਤਾਂ ਪੜ੍ਹਿਆ ਲਿਖਿਆ ਸੂਝਵਾਨ MP ਚੁਣਨਾ ਚਾਹੁੰਦੇ ਹਾਂ, ਜਿਹੜਾ ਕਿ ਪਿੰਡਾਂ ਦੀਆਂ ਸਾਡੀਆਂ ਬਾਰਡਰ ਦੀਆਂ ਮੁਸ਼ਕਲਾਂ ਨੂੰ, ਸਾਡੇ ਬਾਰਡਰ ਦੇ ਕੰਮਾਂ ਨੂੰ, ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ, ਹਰ ਇੱਕ ਵਾਸਤੇ ਉਹਦੀ ਸੋਚ ਇਹੋ ਜਿਹੀ ਹੋਵੇ ਵੀ ਜਿਹੜਾ ਹਰ ਬੰਦੇ ਨੂੰ ਰੁਜ਼ਗਾਰ ਦੇਣ ਦੀ ਪ੍ਰਾਪਤੀ ਕਰ ਸਕੇ। ਔਰ ਇਹੀ ਸਾਡੀ ਮੰਗ ਆ ਕਿ ਸੈਂਟਰ ਦੇ ਵਿੱਚ ਜਾ ਕੇ ਸਾਡੀਆਂ ਮੁਸ਼ਕਲਾਂ ਨੂੰ ਸੁਣਾਵੇ ਤੇ ਉਹਦੇ ਹੱਲ ਲਈ ਸਾਨੂੰ ਹੱਲ ਮਿਲਣਾ ਚਾਹੀਦਾ ਹੈ। ਇਸ ਕਰਕੇ ਅਸੀਂ ਇੱਕ ਪੜ੍ਹਿਆ ਲਿਖਿਆ ਇਨਸਾਨ ਤੇ MP ਬਣਾਉਣਾ ਚਾਹੁੰਦੇ ਹਾਂ। ਉਸ ਹੀ ਇਨਸਾਨ ਨੂੰ ਅਸੀਂ ਵੋਟਾਂ ਪਾਵਾਂਗੇ ਜਿਹੜਾ ਕਿ ਚੰਗਾ ਲਾਇਕ ਬੰਦਾ ਹੈ। ਅਸੀਂ ਤਾਂ MP ਜਿਹੜਾ ਹਿੰਦੁਸਤਾਨ ਵਾਸਤੇ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਫੇਰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ। ਤੋ ਇਹ ਨੇ ਸਰਹੱਦੇ ਲੋਕ, ਬਹਾਦਰ ਲੋਕ, ਜਿਨ੍ਹਾਂ ਨੇ ਹਰ ਔਖੀ ਘੜੀ 'ਚ ਦੇਸ਼ ਦਾ ਡਟ ਕੇ ਸਾਥ ਦਿੱਤਾ। ਹਾਲਾਂਕਿ ਜਦੋਂ ਵੀ ਹਾਲਾਤ ਤਣਾਅਪੂਰਨ ਹੋਏ, ਇਹਨਾਂ ਲੋਕਾਂ ਨੂੰ ਭਰੇ ਘਰ-ਬਾਰ ਛੱਡ ਕੇ ਇੱਥੋਂ 10-10 20-20 ਕਿਲੋਮੀਟਰ ਪਿੱਛੇ ਜਾਣਾ ਪਿਆ। ਇਹਨਾਂ ਦਾ ਭਾਰੀ ਨੁਕਸਾਨ ਹੋਇਆ। ਉਸ ਨੁਕਸਾਨ ਦੀ ਕਦੇ ਵੀ ਪੂਰਤੀ ਨਹੀਂ ਹੋਈ, ਕੋਈ ਇਹਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਔਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਇਹ ਲੋਕ ਹਸਪਤਾਲ, ਸਕੂਲ, ਪੀਣ ਵਾਲਾ ਪਾਣੀ, ਇਹਨਾਂ ਬੁਨਿਆਦੀ ਸਹੂਲਤਾਂ ਲਈ ਜੱਦੋਜਹਿਦ ਕਰ ਰਹੇ ਨੇ। ਹੁਣ ਲੋੜ ਹੈ ਇਹਨਾਂ ਨੂੰ ਇੱਕ ਅਜਿਹੇ ਮਜ਼ਬੂਤ ਪਾਰਲੀਮੈਂਟੇਰੀਅਨ ਦੀ, ਇੱਕ ਇਹੋ ਜਿਹੇ MP ਦੀ ਜੋ ਲੋਕ ਸਭਾ ਵਿੱਚ ਜਾ ਕੇ ਇਹਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰੇ, ਇਹਨਾਂ ਦੀ ਮੁਸ਼ਕਲਾਂ ਦਾ ਹੱਲ ਕਰੇ। ਚੋਣ ਚਰਚਾ ਅੱਜ ਲਈ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ PTC ਨਿਊਜ਼। ਧੰਨਵਾਦ।